एक ओंकार सतनाम करता पुरख निरभौ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। गुरु ग्रंथ कल युग भयो श्री गुरु रूप महान। दस पातशाहियाँ रूप एहो गुरु ग्रंथ जी जान। पूर्ण देखियो आत्मा द्वैत सर्व निवार। भई संत मन संत जेहे भई शांत मन संत जेहे ते पद नमो हमार। वाहिगुरु जी का खालसा वाहिगुरु जी की फतेह। परम सत्कारयोग गुरु स्वरूप गुरु खालसा सत संगत जीओ। आव सरबत संगतां गुरु नानक दे पावन दरबार विच सुशोभित हो। ब्रह्म बेते महापुरुष श्रीमान संत बाबा ईश्वर सिंह जी राड़ा साहब वाले महापुरुष महान तपस्वी ब्रह्मनेष्टि ब्रह्म स्रोत्री शांत आत्मा 50 साल गुरु नानक दी फुलवाड़ी नूं अमृत बाणी दे उपदेश द्वारा गुरु नानक दी फुलवाड़ी दे किन्ने फुलां नूं भगती दा नाल महकाया है। उन्हां फुलां दी कोई गिणती नहीं हो सकती। 50 साल महापुरखां ने गुरु नानक साहब जी दे दर घर दी सेवा निभाई। उन्हां महापुरखां दी याद दे अंदर सालाना जोड़ मेला उन्हां महापुरखां दे सरूप उन्हां दे थां ते बाबाणियां कहानियां पुत सुपुत करेन दे महावाकुंसा। वर्तमान समय दे अंदर राड़ा साहब संप्रदा दे मुखी श्रीमान संत बाबा बलजिंदर सिंह जी राड़ा साहब वाले वो अपने सतपुरुषां दी याद ऐतकी बार जिहो जे समय दे हालात न वो भारी इकत्तरता दे विच मनाउणा नहीं सी चाहुंदे। इस करके काफ़ी समय तो बेनतियां कीतियां गईयां कि भाई घर बैठ के ही तुसीं ऐतकी बार बरसी दे समागम का आनंद माण लेना। पर जिथे प्रेम हुंदा है उत्थे नेम रहिंदे नहीं हैं। महापुरखां दे तप स्थान की खिच ऐसी है। उन्हां महापुरखां दे तप स्थान दे उत्ते उन्हां दी याद दे अंदर दास नूं किते सालां दा भुलेखा ना होवे। महापुरुषां दे 1975 तो बाद 1998 तक लगातार दास बरसी ते हाज़र हुंदा रहा। इस तो बाद दाना पानी जहाँ दाने तहाँ खाने चाहुंदे होए भी इस बरसी ते दास दा शरीर गैर हाज़र हुंदा सी। और उन्हां दी उस स्थान ते इंग्लैंड दे वुलवरहैम्पटन जिथे महापुरुषां दे दीवान अज दे दिन का आखिरी दीवान ला के उन्होंने
ਨਾਲ ਇਹ ਬਚਨ ਕਹਿ ਦਿੱਤਾ ਸੀ ਕਿ ਭਾਈ ਅਗਲੇ ਪ੍ਰੋਗਰਾਮ ਦੇ ਬਾਰੇ ਤਾਂ ਹੁਣ ਸੈਕਟਰੀ ਇਹ ਦੱਸੇਗਾ। ਉਸ ਥਾਂ 'ਤੇ ਦਾਸ ਦੀ ਭਾਵਨਾ ਬਣੀ ਰਹੀ। ਲਗਾਤਾਰ ਮੈਂ ਅੱਜ ਦੇ ਦਿਨ ਉੱਥੇ ਉਸ ਅਸਥਾਨ ਦੇ ਉੱਤੇ ਸਮਾਗਮ 'ਤੇ ਹਾਜ਼ਰ ਰਹਿੰਦਾ ਰਿਹਾ। ਇੱਥੇ ਗੁਰਪ੍ਰੀਤ ਸਿੰਘ ਆ ਜਾਂਦਾ ਸੀ, ਜਥਾ ਆ ਜਾਂਦਾ ਸੀ ਦਾਸ ਵੱਲੋਂ। ਇਸ ਵਾਰ ਦਾਸ ਦਾ ਸਰੀਰ ਇੱਥੇ ਸੀ, ਪਰ ਸਮੇਂ ਦੇ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ, ਸਾਨੂੰ ਸਮੇਂ ਦੇ ਅਨੁਸਾਰ ਵਕਤ ਨੂੰ ਵਿਚਾਰ ਲੈਣਾ ਚਾਹੀਦਾ ਹੈ। ਵਕਤ ਵਿਚਾਰੇ ਸੋ ਬੰਦਾ ਹੋਏ। ਸਾਨੂੰ ਕੋਤਾਹੀ ਨਹੀਂ ਕਰਨੀ ਚਾਹੀਦੀ। ਜੋ ਡਾਕਟਰ ਸਾਹਿਬਾਨ ਸਾਨੂੰ ਹਦਾਇਤਾਂ ਦੇ ਰਹੇ ਹਨ, ਪ੍ਰਸ਼ਾਸਨ, ਸਰਕਾਰਾਂ ਕਹਿ ਰਹੀਆਂ ਸਟੇਟਾਂ ਦੀਆਂ ਜਾਂ ਫਿਰ ਸੈਂਟਰ ਦੀਆਂ, ਸਾਨੂੰ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਸਾਡੇ ਭਲੇ ਵਾਸਤੇ। ਇਸ ਕਰਕੇ ਮੈਂ ਬਹੁਤ ਲੰਮੇ ਸਮੇਂ ਤੋਂ ਬਾਅਦ ਮਹਾਂਪੁਰਖਾਂ ਨੇ ਜਿਸ ਦਿਨ ਸਰੀਰ ਦਾ ਪਰਿਤਿਆਗਨ ਕਰਨ ਤੋਂ ਬਾਅਦ ਇਸ ਅਸਥਾਨ 'ਤੇ ਜਿੱਥੇ ਆਪਾਂ ਬੈਠੇ ਹੋਏ ਹਾਂ, ਜਿਨ੍ਹਾਂ ਨੇ ਆਪਣੀ ਅੱਖਾਂ ਨਾਲ ਇਹ ਦ੍ਰਿਸ਼ ਦੇਖਿਆ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਉਹ ਵਾਤਾਵਰਨ ਅੱਖਾਂ ਦੇ ਸਾਹਮਣੇ ਉਸੇ ਤਰ੍ਹਾਂ ਹੈ। ਸਾਰੀ ਰਾਤ ਗੁਰਦੁਆਰੇ ਸਾਹਿਬ ਦੇ ਅੰਦਰ ਮਹਾਂਪੁਰਸ਼ਾਂ ਦੇ ਸਰੀਰ ਦੇ ਦਰਸ਼ਨ ਕਰਾਉਣ ਵਾਸਤੇ ਜੋ ਪ੍ਰਬੰਧ ਕੀਤਾ ਹੋਇਆ ਸੀ, ਕੋਈ ਦਰਵਾਜ਼ਾ ਗੁਰਦੁਆਰੇ ਸਾਹਿਬ ਦਾ ਐਸਾ ਨਹੀਂ ਸੀ ਜਿੱਥੇ ਸੈਂਕੜਿਆਂ ਦੀ ਲਾਈਨ ਨਹੀਂ ਲੱਗੀ ਸੀ ਦਰਸ਼ਨ ਕਰਨ ਵਾਲਿਆਂ ਦੀ। ਦਾਸ ਵੀ ਹਾਜ਼ਰ ਸੀ। ਸਾਰੀ ਰਾਤ ਇਹ ਦਰਸ਼ਨਾਂ ਦਾ ਸਿਲਸਿਲਾ ਚੱਲਦਾ ਰਿਹਾ। ਵੱਡੇ ਪੰਡਾਲ ਦੇ ਵਿੱਚ ਇੱਥੇ ਲਿਆ ਕੇ ਦਰਸ਼ਨ ਕਰਾਉਣ ਦੀ ਵਿਚਾਰ ਕੀਤੀ ਗਈ। ਭੀੜ ਭੜੱਕਾ ਇੰਨਾ ਹੋ ਗਿਆ, ਸੰਕੋਚ ਕਰਨਾ ਪਿਆ, ਅਤੇ ਚੱਕਰੀ ਵਾਲੇ ਬਾਬਾ ਉਜਾਗਰ ਸਿੰਘ ਨੇ ਸਟੇਜ 'ਤੇ ਇਹ ਕਹਿ ਕੇ ਕਿ ਮੰਦਭਾਗੀ ਤੇਰੋ ਦਰਸ਼ਨ ਨਾ ਹੈ, ਤਲਖੀ ਵਿੱਚ ਆ ਕੇ ਕਿਹਾ। ਦਿੱਲੀ ਤੋਂ ਲੈ ਕੇ ਰਾੜਾ ਸਾਹਿਬ ਤੱਕ, ਰਾੜਾ ਸਾਹਿਬ ਤੋਂ ਲੈ ਕੇ ਬਗੌਰ ਸਾਹਿਬ ਤੱਕ, ਥਾਂ ਥਾਂ ਜੋ ਦ੍ਰਿਸ਼ ਸੀ ਸੰਗਤਾਂ ਦੇ, ਮਹਾਂਪੁਰਖਾਂ ਦੇ ਪਿਆਰ ਦਾ, ਉਹ ਬੜੀ ਦੇਰ ਤੋਂ ਬਾਅਦ ਇਹ ਦ੍ਰਿਸ਼ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੇ ਸਰੀਰ ਤਿਆਗਣ ਵੇਲੇ ਦੇਖਣ ਵਿੱਚ ਆਇਆ। ਤਾਂ ਉਹਨਾਂ ਮਹਾਂਪੁਰਖਾਂ ਦੇ ਯਾਦ ਦੇ ਅੰਦਰ ਅਸੀਂ ਬੈਠੇ ਹਾਂ। ਮਹਾਂਪੁਰਸ਼ ਸਰੀਰ ਨਹੀਂ ਹੁੰਦਾ, ਮਹਾਂਪੁਰਸ਼ਾਂ ਦਾ ਸਰੀਰ ਹੁੰਦਾ ਹੈ। ਮਹਾਂਪੁਰਸ਼ ਸਰੀਰ ਨਹੀਂ ਹੁੰਦੇ। ਗੱਲ ਗੁੰਝਲਦਾਰ ਹੈ, ਸਮਝਣ ਵਾਲੀ ਹੈ। ਜਿੰਨੀ ਦੇਰ ਤੱਕ ਕੋਈ ਦੇਹ ਦੇ ਨਾਲ ਜੁੜਿਆ ਹੋਇਆ, ਉਨੀ ਦੇਰ ਤੱਕ ਉਹ ਸੰਤ ਨਹੀਂ ਹੈ, ਸੰਸਾਰੀ ਹੈ। ਮੈਂ ਹੋਵਾਂ ਕੋਈ ਹੋਰ ਹੋਵੇ। ਜਿੰਨੀ ਦੇਰ ਤੱਕ ਕਾਮ ਕਰੋ, ਲੋਭ ਮੋਹ ਹੰਕਾਰ ਦੇ ਅਧੀਨ ਜ਼ਿੰਦਗੀ ਚੱਲ ਰਹੀ ਹੈ, ਉਹ ਸੰਸਾਰੀ ਹੈ, ਸੰਤ ਨਹੀਂ ਹੈ। ਜਿੰਨੀ ਦੇਰ ਤੱਕ ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਰਸ ਜਿਹੜੇ ਖਿੱਚੀ ਫਿਰਦੇ ਨੇ, ਜਿਵੇਂ ਹੱਥਕੜੀ ਲੱਗੀ ਹੋਵੇ, ਸਿਪਾਹੀ ਕਦੇ ਇੱਧਰ ਨੂੰ ਲੈ ਜਾਣ, ਕਦੇ ਇੱਧਰ ਨੂੰ ਲੈ ਜਾਣ, ਉਹ ਪਰਾਈਦੀਨ ਹੈ। ਇਹ ਵਿਸ਼ਿਆਂ ਦੇ ਅਧੀਨ ਸੰਤ ਨਹੀਂ ਹੁੰਦਾ, ਅਸੀਂ ਹੁੰਦੇ ਹਾਂ, ਸੰਸਾਰੀ ਹੁੰਦੇ ਹਾਂ। ਜਿਨ ਮਿਲ ਮਾਰੇ ਪੰਜ ਸੂਰਵੀਰ ਐਸੋ ਕੌਣ ਬਲੀ ਰੇ। ਇਹੋ ਜਿਹੇ ਬਲੀ ਮਹਾਂਪੁਰਸ਼, ਉਹਨਾਂ ਦੀ ਯਾਦ ਮਨਾ ਰਹੇ ਹਾਂ। ਉਹਨਾਂ ਨੇ ਆਪਣੀ ਆਤਮਾ ਨੂੰ ਆਪਣੇ ਸਰੀਰ ਦੇ ਹੁੰਦਿਆਂ ਹੁੰਦਿਆਂ ਉਹਨਾਂ ਨੇ ਉਹ ਮਾਰਗ ਤੈਅ ਕਰ ਲਿਆ, ਉਹ ਮੰਜ਼ਿਲ 'ਤੇ ਪਹੁੰਚ ਗਏ। ਅਸੀਂ ਇਹ ਮੰਜ਼ਿਲ ਰੂਹਾਨੀਅਤ ਦੀ ਮੰਜ਼ਿਲ ਹੈ, ਸੌਖੀ। ਜਿਹੜੇ ਅੰਤਰੰਗ ਸਾਧਨ 8 ਹਨ, ਉਹਨਾਂ ਦੇ 'ਚ 4 ਜਿਹੜੇ ਬੜੇ ਵਿਸ਼ੇਸ਼ ਕਰਕੇ ਸ੍ਰੀ ਜਪਜੀ ਸਾਹਿਬ ਵਿੱਚ ਬੜਾ ਖੋਲ੍ਹ ਕੇ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੇ ਪ੍ਰਥਾਏਂ, ਬੜਾ ਭੰਡਾਰਾ ਗੁਰਬਾਣੀ ਦਾ
ਅਖੀਰ ਨੂੰ ਸਿੱਧਾਂ ਨੂੰ ਕਹਿਣਾ ਪੈ ਗਿਆ ਸੀ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਤਰਤੀਬ ਬਣਾਈ, ਸਾਧਨ ਚਾਰ ਕਹੇ ਗੁਰਨ। ਗੁਰੂ ਲੋਕਾਂ ਨੇ, ਬੜੇ ਬੜੇ ਆਚਾਰੀਆ ਨੇ, ਬ੍ਰਹਮ ਗਿਆਨੀਆਂ ਨੇ ਬ੍ਰਹਮ ਗਿਆਨ ਦੇ ਚਾਰ ਸਾਧਨ ਮੰਨਿਆ। ਜਿਹਦੇ ਉਹ ਸਾਧਨ ਕੋਲ ਨਾ ਹੋਣ ਉਹਨੂੰ ਗਿਆਨ ਨਹੀਂ ਹੋ ਸਕਦਾ, ਅਗਿਆਨੀ ਰਹੇਗਾ। ਸਾਧਨਾਂ ਦੀ ਕੇਵਲ ਜਾਣਕਾਰੀ ਨਹੀਂ ਮੈਂ ਕਹਿ ਰਿਹਾ, ਸਾਧਨਾਂ ਦੀ ਪਰਪੱਕਤਾ ਕਹਿ ਰਿਹਾ। ਜਾਣਕਾਰੀ ਹੋਰ ਬਾਤ ਹੈ। ਕਿਸੇ ਨੂੰ ਖੰਡ ਬਣਾਉਣ ਦੀ ਜਾਣਕਾਰੀ ਹੈ, ਗਿਣ ਦੇਗਾ ਸਾਰਾ। ਖੇਤ ਦੇ ਵਿੱਚ ਇਉਂ ਕਮਾਦ ਬੀਜੀ ਦਾ ਹੈ, ਇਉਂ ਪਾਲੀ ਦਾ, ਇਉਂ ਵੱਢੀ ਦਾ, ਇਉਂ ਭਰੀਆਂ ਬੰਨੀ ਦੀਆਂ, ਇਉਂ ਕਲਾੜੀ ਦੇ ਪੀੜੀ ਦਾ। ਇਸ ਤਰੀਕੇ ਦੇ ਨਾਲ ਉਸ ਨੂੰ ਰਸ ਨੂੰ ਪਕਾਈ ਦਾ, ਸ਼ੱਕਰ ਬਣਦੀ ਹੈ, ਰਾਬ ਬਣਾ ਕੇ ਖੰਡ ਬਣਦੀ ਹੈ, ਕਹਿ ਦੇਗਾ ਸਾਰਾ ਕੋਈ ਇੱਕ ਸਾਹ ਦੇ ਵਿੱਚ ਹੀ। ਇਹ ਕਹਿਣ ਦੇ ਨਾਲ ਮੂੰਹ ਦੇ ਵਿੱਚ ਖੰਡ ਨਹੀਂ ਆਉਣ ਲੱਗੀ, ਮੂੰਹ ਤਾਂ ਫਿੱਕਾ ਹੀ ਰਹੇਗਾ। ਦੀਵਾ ਕਹਿਣ ਦੇ ਨਾਲ ਚਾਨਣਾ ਨਹੀਂ ਹੋ ਗਿਆ, ਚੰਗੀ ਗੱਲ ਹੈ। ਦੀਵਾ ਦੀਵਾ ਕਹਿਣ ਦੇ ਨਾਲ ਕਿਤੇ ਨਾ ਕਿਤੇ ਦੀਵਾ ਜਗਾਉਣ ਦੀ ਇੱਛਾ ਤਾਂ ਪੈਦਾ ਹੋਈ, ਚੰਗੀ ਗੱਲ ਹੈ, ਪਰ ਚਾਨਣਾ ਨਹੀਂ ਹੈ। ਸਾਧਨ ਚਾਰ ਕਹੇ ਗੁਰਨ। ਅਸੀਂ ਅੱਜ ਮਾਰ ਕਿੱਥੋਂ ਖਾ ਰਹੇ ਹਾਂ? ਅਸੀਂ ਗੁਰਬਾਣੀ ਦੇ ਅਰਥਾਂ ਦੇ ਵਿੱਚ ਬਹੁਤ ਪਿੱਛੇ ਰਹਿ ਗਏ। ਨਮਸਕਾਰ ਕਰਨ ਤੱਕ ਅਸੀਂ ਸੀਮਤ ਰਹਿ ਗਏ। ਕਰਨੀ ਚਾਹੀਦੀ ਹੈ, ਇਹ ਤੋਂ ਨਹੀਂ ਹਟਣਾ। ਜੇ ਨਹੀਂ ਪੜ੍ਹ ਹੁੰਦੀ ਤਾਂ ਵੀ ਹਟਣਾ ਨਹੀਂ ਇਹ ਤੋਂ। ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ, ਇਹ ਕਰਦੇ ਰਹੋ। ਪਰ ਜਿਹੜਾ ਪੁੱਤਰ ਆਪਣੇ ਬਾਪ ਨੂੰ 2 ਵੇਲੇ ਮੱਥਾ ਤਾਂ ਟੇਕਦਾ ਰਹੇ, ਪਰ ਬਾਪੂ ਦੀ ਗੱਲ ਕਦੀ ਨਾ ਸੁਣੇ, ਕੋਈ ਗੱਲ ਨਾ ਮੰਨੇ ਉਸ ਦੀ, ਤਾਂ ਫਿਰ ਕਿਤੇ ਨਾ ਕਿਤੇ ਬਾਪੂ ਕਹਿ ਦਿੰਦਾ ਵੀ ਪੁੱਤਰਾ ਤੇਰੇ ਮੱਥਾ ਟੇਕਿਆਂ ਦਾ ਵੀ ਕੋਈ ਫਾਇਦਾ ਨਹੀਂ। ਗੱਲ ਤਾਂ ਮੰਨਦਾ ਨਹੀਂ। ਨਸ਼ਾ ਤੂੰ ਨਹੀਂ ਛੱਡਦਾ, ਬੁਰੇ ਕੰਮ ਤੂੰ ਨਹੀਂ ਛੱਡਦਾ, ਬਹਿੰਦਾ ਕੋਲ ਨਹੀਂ, ਮੇਰੇ ਤੋਂ ਮੱਥਾ ਟੇਕਦਾ ਤੇ ਚਲਾ ਜਾਣਾ, ਕੀ ਫਾਇਦਾ ਹੈ ਤੇਰੇ ਮੱਥੇ ਦਾ? ਕਿਤੇ ਇਹੀ ਗੱਲ ਸਾਡੇ ਨਾਲ ਨਾ ਹੋ ਜਾਵੇ। ਗੁਰੂ ਪਿਤਾ ਜੀ ਕਿਤੇ ਇਹ ਨਾ ਗੱਲ ਕਹਿਣ, ਮੱਥੇ ਬੜੇ ਟੇਕੇ ਤੁਸੀਂ, ਮੇਰੀ ਗੱਲ ਨਹੀਂ ਸੁਣੀ। ਸਾਧਨ ਚਾਰ ਕਹੇ ਗੁਰਨ। प्रथमे एक बैराग, पुन विवेक, समदम अवर, सुन मुख बड़ पार। बैराग, विवेक, खट संपत्ति, मोक्ष इच्छा। ਜਦੋਂ ਅਸੀਂ ਇਹਨਾਂ ਨੂੰ ਕਦੇ ਸੁਣਿਆ ਹੀ ਨਹੀਂ, ਅਸੀਂ ਇਹਨਾਂ ਬਾਰੇ ਇਹਨਾਂ ਦੇ ਅਰਥਾਂ ਨੂੰ ਨਹੀਂ ਜਾਣਿਆ, ਤੇ ਵਿਗਿਆਨ ਤੱਕ ਕਿੱਥੇ ਪਹੁੰਚਾਂਗੇ? ਸਾਧਨ ਹੀ ਕੋਈ ਨਹੀਂ। ਜਦੋਂ ਕਿਤੇ ਸਾਧਨਾਂ ਦੀ ਗੱਲ ਦਾਸ ਦੀ ਰਸਨਾ 'ਤੇ ਆਉਂਦੀ ਹੈ, ਮੇਰੇ ਇੱਕ ਮਹਾਂਪੁਰਸ਼ ਯਾਦ ਆ ਜਾਂਦਾ ਹੈ। ਫੌਰੀ ਤੌਰ 'ਤੇ ਉਸੇ ਵੇਲੇ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਵਿਦਿਆਰਥੀਆਂ ਦੇ ਵਿੱਚੋਂ ਸਨ। ਲਗਭਗ 90-95 ਵਰ੍ਹੇ ਦੀ ਉਮਰ ਦੇ ਵਿੱਚ ਉਹ ਨਾਭੇ ਸ਼ਹਿਰ ਦੇ ਵਿੱਚ ਸਰੀਰ ਤਿਆਗਿਆ ਉਹਨਾਂ ਨੇ। ਮੈਨੂੰ ਜ਼ਿੰਦਗੀ ਇੱਕ ਵਾਰੀ ਦਰਸ਼ਨ ਹੋਏ ਉਹਨਾਂ ਦੇ। ਸਾਡੇ ਇਲਾਕੇ 'ਚ ਆਏ ਸੀ, ਕਿਸੇ ਨੇ ਦੱਸਿਆ ਵੀ ਵੱਡਿਆਂ ਦੇ ਵਿਦਿਆਰਥੀ। ਉਹਨਾਂ ਨੂੰ ਥੋੜ੍ਹੇ ਅੱਖਰਾਂ ਦੇ ਵਿੱਚ, ਵੈਸੇ ਤਾਂ ਦੀਦਾਰ ਸਿੰਘ ਸੀ ਨਾਂ ਉਹਨਾਂ ਦਾ, ਪਰ ਉਹਨਾਂ ਦਾ ਹਰਖਵਾਲੀ ਸੰਪਰਦਾ ਦੇ ਵਿੱਚ ਕੋਈ ਵਿਰਲੇ ਨੇ ਜਿਹੜੇ ਦੀਦਾਰ ਸਿੰਘ ਨਾਂ ਜਾਣਦੇ ਹੈ। ਬਾਬਾ ਜੀ ਕਰਕੇ ਉਹਨਾਂ ਦਾ ਨਾਮ ਮਸ਼ਹੂਰ ਹੈ, ਅਲਬੈਗੀ। ਉਹਦਾ ਵੀ ਕਾਰਨ ਸੀ, ਉਹ ਉਹਨਾਂ ਨੇ ਦੱਸਿਆ ਸੀ। ਉਹ ਲਮੇਰੀ ਕਰਨਾ ਮੈਂ ਉਹ ਨਹੀਂ ਛੇੜਨੀ ਚਾਹੁੰਦਾ, ਮਹਾਂਪੁਰਖਾਂ ਤੋਂ ਲਾਭ ਪ੍ਰਾਪਤ ਕਰਨਾ। ਮੇਰਾ ਕੋਈ ਸਮਾਂ ਲਾਉਣ ਦੇ ਅੰਦਰ ਇਹ ਇੱਛਾ ਜਾਂ ਭਾਵਨਾ ਨਹੀਂ ਹੁੰਦੀ। ਬਸ ਮਹਾਂਪੁਰਖਾਂ ਦੇ ਤਪ ਸਥਾਨ ਨੂੰ ਮੱਥਾ ਟੇਕਣਾ, ਉਹਨਾਂ ਦੇ ਥਾਂ 'ਤੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਦਾ ਰੂਪ ਜਾਣ ਕੇ ਉਹਨਾਂ ਦੇ ਦਰਸ਼ਨ ਕਰਕੇ ਮੁੜ ਜਾਣਾ। ਮੈਂ ਸੰਤ ਗਿਆਨੀ ਮੋਹਨ ਸਿੰਘ ਜੀ ਮਹਾਂਪੁਰਖਾਂ ਨੂੰ ਇੱਕ ਦਿਨ ਬੇਨਤੀ ਕੀਤੀ। ਸ਼ੁਕਰ ਹੈ ਵੀ ਉਹਨਾਂ ਨੇ ਉਹ ਬੇਨਤੀ ਸੁਣ ਲਈ ਅਤੇ ਮੂਹਰੇ ਤੋਂ ਮੇਰੀ ਤਾੜ ਨਾ ਹੋਣ ਤੋਂ ਮੈਂ ਬਚ ਗਿਆ। ਮੈਂ ਖੁਸ਼ਕਿਸਮਤ ਹਾਂ, ਨਹੀਂ ਤਾਂ ਇਹੋ ਜਿਹੀ ਗੱਲ ਕਹਿਣ ਦੇ ਨਾਲ ਤਾੜਨਾ ਤੁਰਤੋ ਤੁਰਤ ਹੋ ਜਾਂਦੀ। ਮੈਂ ਕਿਹਾ ਮਹਾਰਾਜ ਜੀ, ਜਦੋਂ ਕਿਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਦਰਸ਼ਨ ਕਰਨ ਦਾ ਕਿਤੇ ਅੰਦਰ ਤੋਂ ਉਬਾਲਾ ਉੱਠਦਾ ਹੈ, ਕਿਤੇ ਮਹਾਂਪੁਰਖਾਂ ਦੇ ਉਹ ਹੁੰਦੇ, ਉਹਨਾਂ ਦੇ ਦਰਸ਼ਨ ਕਰਦੇ ਮਹਾਰਾਜ, ਫਿਰ ਉਸ ਵੇਲੇ
ਜਲਦੀ ਜਲਦੀ ਭਿੰਡਰੀ ਆ ਜਾਈਦਾ ਅਤੇ ਤੁਹਾਡੇ ਦਰਸ਼ਨ ਕਰਕੇ ਆਪਣੇ ਮਨ ਨੂੰ ਸੰਤੋਖ ਦੇ ਲਈਦਾ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਦਰਸ਼ਨ ਹੋ ਗਏ। ਬਸ ਇਸੇ ਤਰ੍ਹਾਂ ਇਸ ਅਸਥਾਨ 'ਤੇ ਜਿਹੜੇ ਵੀ ਮਹਾਂਪੁਰਸ਼ ਉਹਨਾਂ ਤੋਂ ਬਾਅਦ ਰਹੇ, ਉਹਨਾਂ ਦਾ ਰੂਪ ਜਾਣ ਕੇ ਦਰਸ਼ਨ ਕੀਤੇ ਤੇ ਚਲੇ ਗਏ। ਮੈਂ ਗੱਲ ਕਰ ਰਿਹਾ ਸੀ ਤੇ ਬਾਬਾ ਜੀ ਦੀਦਾਰ ਸਿੰਘ, ਮੈਨੂੰ ਪਤਾ ਚੱਲਿਆ ਕਿ ਬਿਨਾਂ ਪੜ੍ਹੇ, ਜਿਵੇਂ ਤਰਤੀਬ ਹੈ ਪੜ੍ਹਨ ਦੀ ਵੀ ਪਹਿਲਾਂ ਸਹਿਜ ਪਾਠ, ਇਹਦਾ ਪਾਠ ਬੋਧ ਕਰੋ, ਫਿਰ ਅਰਥ ਬੋਧ, ਫਿਰ ਕਥਾ ਦੇ ਗ੍ਰੰਥ ਪੜ੍ਹੋ, ਘੱਟੋ ਘੱਟ ਸੰਪਰਦਾਇ 10 ਵਰ੍ਹੇ ਦਾ ਕੋਰਸ ਹੀ ਹੈ ਵੱਡਿਆਂ ਦੇ ਵੇਲੇ। ਮੈਨੂੰ ਪਤਾ ਚੱਲਿਆ ਵੀ ਇਹ 10 ਦਿਨ ਵੀ ਕੋਰਸ ਨਹੀਂ ਕੀਤਾ ਇਸ ਬੰਦੇ ਨੇ, 10 ਦਿਨ ਵੀ। ਅਤੇ ਗਿਆਨ ਦੀ ਗੱਲ ਜਿਹੜੀ ਮਰਜ਼ੀ ਪੁੱਛ ਲਓ, ਮੈਨੂੰ ਇਹ ਗੱਲ ਹਜ਼ਮ ਨਾ ਹੋਈ ਵੀ ਇਹ ਕਿਵੇਂ ਹੈ। ਮੈਂ ਆਪਣੀ ਅੱਖੀਂ ਵੇਖਣਾ ਚਾਹੁੰਦਾ ਸੀ। ਮੈਂ ਉਹਨਾਂ ਕੋਲ ਚਲਿਆ। ਕਸੁੰਬੜੀ ਭਾਈ ਪ੍ਰੀਤਮ ਸਿੰਘ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੇ ਬੜੇ ਨੇੜੇ ਰਹੇ ਹੈ, ਉਹਨਾਂ ਨੇ ਅਸਲ ਦੇ ਵਿੱਚ ਮੈਨੂੰ ਦਰਸ਼ਨ ਕਰਾਏ। ਮੈਂ ਚਲਿਆ, ਫਤਿਹ ਬੁਲਾਈ। ਉਹ ਮੈਨੂੰ ਜਾਣਦੇ ਸਨ ਜਾਂ ਦੱਸਿਆ ਬਾਹੂ ਪ੍ਰੀਤਮ ਸਿੰਘ ਨੇ। ਕਹਿੰਦੇ ਹਾਂ ਭਾਈ ਦੱਸੋ। ਗੱਲ ਚੱਲ ਪਈ ਮਹਾਂਪੁਰਸ਼ਾਂ ਦੀ, ਵੱਡਿਆਂ ਦੀ। ਕਹਿੰਦੇ ਭਾਈ ਨਾਸਤਕ ਜੋ ਮਰਜੀ ਕਹੀ ਜਾਣ, ਕਹਿੰਦੇ ਕੋਈ ਮੈਨੂੰ ਪੁੱਛੇ ਵੀ ਸੰਤ ਸੁੰਦਰ ਸਿੰਘ ਜੀ ਕੀ ਸੀ, ਕਹਿੰਦੇ ਮੈਂ ਤਾਂ ਕਹੂੰਗਾ ਵੀ ਪਰਮੇਸ਼ਰ ਦਾ ਸਰੂਪ ਹੋਏ ਵੀ ਮਹਾਂਪੁਰਸ਼ ਸੀ, ਉਹ ਗੁਰੂ ਦਾ ਸਰੂਪ ਹੀ ਹੋ ਗਏ ਸੀ। ਕਹਿਣ ਵਾਲਾ ਜੋ ਮਰਜੀ ਕਹੇ, ਜਿਵੇਂ ਰਵਿਦਾਸ ਜੀ ਨੇ ਕਿਹਾ, ਸੰਤ ਅਨੰਤ ਅੰਤਰ ਨਹੀਂ, ਇਹ ਗੁਰਬਾਣੀ ਅਨੁਸਾਰ ਹੈ। ਕਹਿਣ ਲੱਗੇ ਕੋਈ ਵਿਚਾਰ। ਮੈਂ ਕਿਹਾ ਜੀ ਮੇਰੇ ਮਨ ਦੇ ਵਿੱਚ ਇੱਕ ਪ੍ਰਸ਼ਨ ਹੈ, ਛੋਟਾ ਜਿਹਾ ਮੈਂ ਪੁੱਛਣਾ ਚਾਹੁੰਦਾ। ਕਹਿੰਦੇ ਦੱਸੋ। ਹਰ ਬੰਦਾ ਸਾਰੀ ਜ਼ਿੰਦਗੀ ਚਲਾਕੀ ਕਰਦਾ ਹੈ, ਔਰ ਚਲਾਕੀ ਛਪਾ ਕੇ ਭਲਾ ਮਾਨਸ ਬਣ ਕੇ ਚਲਾਕੀ ਕਰਦਾ ਹੈ। ਮੈਨੂੰ ਵੀ ਲੱਗਿਆ ਕਿ ਉਸ ਦਿਨ ਮੈਂ ਵੀ ਉੱਪਰ ਤੋਂ ਭਲਾ ਮਾਨਸ ਜਿਹਾ ਬਣ ਕੇ ਇੱਕ ਚਲਾਕੀ ਕੀਤੀ ਹੈ, ਜਿਹੜੀ ਕਿ ਮਹਾਂਪੁਰਸ਼ਾਂ ਕੋਲ ਕਰਨੀ ਨਹੀਂ ਚਾਹੀਦੀ। ਉਹ ਕੀ ਸੀ? ਮੈਂ ਦੇਖਣਾ ਚਾਹੁੰਦਾ ਸੀ ਵੀ ਜੋ ਮੈਂ ਸੁਣਿਆ ਉਹ ਸਹੀ ਹੈ। ਮੈਂ ਕਿਹਾ ਵੀ ਵਿਦਾਂਤ ਦੇ ਵਿੱਚੋਂ ਕੋਈ ਸਵਾਲ ਕੀਤਾ ਜਾਵੇ, ਸਰਲ ਸਵਾਲ ਨਾ ਕੀਤਾ ਜਾਏ, ਉਹਦੇ ਨਾਲ ਪਤਾ ਚੱਲੇਗਾ। ਵਿਦਾਂਤ ਦਾ ਵੀ ਗੂੜੀ ਗੱਲ ਬਾਅਦ 'ਚ ਕਰ ਲਵਾਂਗੇ, ਪਹਿਲਾਂ ਇੱਕ ਸਰਲ ਜਿਹਾ ਸਵਾਲ ਕਰਕੇ ਦੇਖਦੇ ਹਾਂ। ਜੇ ਤਾਂ ਉਹ ਤਸੱਲੀ ਹੋ ਗਈ ਫਿਰ ਅੱਗੇ ਚੱਲਾਂਗੇ, ਤੇ ਨਹੀਂ ਕੋਈ ਲੋੜ ਨਹੀਂ। ਮੈਂ ਕਿਹਾ ਮਹਾਰਾਜ ਜੀ ਜਿਹੜਾ ਗਿਆਨ ਹੈ ਇਹ ਆਪਾਂ ਬਾਅਦ ਦੇ ਵਿੱਚ ਵਿਚਾਰ ਲਾਂਗੇ ਵੀ ਮੈਂ ਕਿਹੜੇ ਗਿਆਨ ਦੀ ਗੱਲ ਕਰਦਾ। ਵੀ 2 ਪ੍ਰਕਾਰ ਦਾ, ਅਪਰੋਕਸ਼ ਬ੍ਰਹਮ ਗਿਆਨ ਅਤੇ ਪਰੋਕਸ਼ ਬ੍ਰਹਮ ਗਿਆਨ। ਵੀ ਮੈਂ ਸਿਰਫ ਇੰਨਾ ਹੀ ਪੁੱਛਣਾ ਚਾਹੁੰਦਾ ਵੀ ਗਿਆਨ ਦੇ ਸਾਧਨ ਕਹੇ ਨਾ। ਮੈਨੂੰ ਲੱਗਿਆ ਵੀ ਮੇਰੇ ਕਹਿਣ ਦੇ ਵਿੱਚ ਤਾਂ ਕੁਝ ਟਾਈਮ ਲੱਗਿਆ ਅਤੇ ਉੱਤਰ ਦੇਣ ਦੇ ਵਿੱਚ ਇੰਨਾ ਵੀ ਟਾਈਮ ਨਾ ਲੱਗੇ। ਫੜਕ ਦੇ ਕੇ ਕਹਿੰਦੇ 4। ਮੈਂ ਕਿਹਾ ਜੀ 4 ਦੇ ਨਾਮ ਦੱਸ ਦਿਓ। ਕਹਿੰਦੇ ਵੈਰਾਗ, ਵਿਵੇਕ, ਖਟ ਸਮਿਤੀ, ਮੋਖ, ਇੱਛਾ। ਹੋਰ ਪੁੱਛੋ। ਮੈਂ ਕਿਹਾ ਨਹੀਂ ਮਹਾਰਾਜ, ਨਮਸਕਾਰ ਹੈ ਤੁਹਾਨੂੰ। ਨਮਸਕਾਰ ਹੈ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਨੂੰ, ਜਿਨ੍ਹਾਂ ਨੇ ਇੱਕ ਦਿਨ ਦੇ ਵਿੱਚ ਤੁਹਾਨੂੰ ਸਾਰੀ ਵਿੱਦਿਆ ਦਿੱਤੀ। ਅਤੇ ਇਹਦੇ ਬਾਰੇ ਮੈਨੂੰ ਪਤਾ ਚੱਲਿਆ ਸੀ ਅਤੇ ਮੈਂ ਵੇਖ ਲਿਆ ਵੀ ਸਾਧੂ ਕੀ ਨਹੀਂ ਕਰ ਸਕਦਾ। ਜੇ ਗੁਰੂ ਸਾਹਿਬ ਇੱਕ ਗੂੰਗੇ ਅਤੇ ਬੋਲੇ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਗੀਤਾ ਦੇ ਅਰਥ ਕਰਾ ਸਕਦੇ ਨੇ, ਇਹ ਸਮਰੱਥਾ ਗੁਰੂ ਨਾਨਕ ਨੇ ਆਪਣੇ ਸਿੱਖਾਂ ਨੂੰ ਵੀ ਦਿੱਤੀ ਹੋਈ ਹੈ। 4 ਜਿਹੜੇ ਸਾਧਨ ਉਹਦੇ ਵਿੱਚ ਇਹ ਵੀ ਹੈ ਵੈਰਾਗ, ਵਿਵੇਕ, ਖਟ ਸਮਿਤੀ, ਮੋਖ, ਇੱਛਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਾਧਨਾਂ ਦੀ ਲੜੀ ਸ਼ੁਰੂ ਹੁੰਦੀ ਹੈ। ਸੁਣਿਆ ਸਿੱਧ ਪੀਰ ਸਰਨਾਥ, ਸੁਣਿਆ ਈਸ਼ਰ ਵਰਮਾ ਇੰਦ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਸਰਾਂ ਗੁਣਾ ਕੇ ਗਾਹ। ਇਹ 4 ਪੌੜੀਆਂ ਦੇ ਵਿੱਚ ਪਹਿਲਾ ਸਾਧਨ ਹੈ। ਪੜ੍ਹੋ ਤੇ ਵਿਚਾਰੋ। ਸਰਵਣ ਤੋਂ ਬਾਅਦ ਹੈ ਮੰਨਣ। 4 ਪੌੜੀਆਂ ਮੰਨੇ ਕੀ ਗਤ ਕਹੀ ਨਾ ਜਾਏ, ਇੱਥੋਂ ਸ਼ੁਰੂ ਹੋ ਜਾਂਦੀਆਂ। ਅਤੇ 4 ਇਹਨਾਂ ਦੀ ਤਰਤੀਬ। ਮੰਨੇ ਮਾਰਗ ਠਾਰ ਨਾ ਪਾਏ, ਮੰਨੇ ਸੁਰਤ ਹੋਵੇ, ਮਨ ਬੁੱਧ ਮੰਨੇ ਪਾਵੇ ਮੁਖ ਦੁਆਰ। 4 ਪੌੜੀਆਂ 'ਚ ਮੰਨਣ ਸਾਧਨ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਫਿਰ ਇਸ ਤੋਂ ਨਾਲ ਲੱਗਦੀ ਪੌੜੀ 5। ਖਾ ਕੋ ਨਹੀਂ ਸਭ ਕੀ ਗਠੜੀ ਲਾਲ, ਬਿਨ ਇਹ ਗਠੜੀ ਖੁੱਲੇ ਤਾਹੇ ਪਿਆ ਖੰਗਾਲ।
ਅਸੀਂ ਕੰਗੇਲ ਇਸ ਕਰਕੇ ਹੋਏ ਫਿਰਦੇ ਹਾਂ, ਅਸੀਂ ਬਾਪੂ ਦੀ ਗਠੜੀ ਨਹੀਂ ਕਦੇ ਖੋਲ੍ਹ ਕੇ ਦੇਖੀ। ਇਹ 4 ਸਾਧਨ ਵੈਸੇ ਤਾਂ ਗੁਰੂ ਮਹਾਰਾਜ ਨੇ ਕਹਿ ਦਿੱਤਾ ਹੈ, ਗਿਆਨ ਨਾ ਗੱਲੀ ਢੂੰਡੀਐ ਕਥਨਾ ਕਰੜਾ ਸਾਰ। ਸਾਰ ਇੱਕ ਲੋਹੇ ਦਾ ਨਾਂ ਹੈ ਜੀ। ਤੁਹਾਡੇ ਵਿੱਚੋਂ ਸਾਰਿਆਂ ਨੂੰ ਨਹੀਂ ਮੈਂ ਕਹਿ ਸਕਦਾ, ਬਹੁਤ ਨੂੰ ਜਿਹੜੇ ਵਿਦਵਾਨ ਸੱਜਣ ਬੈਠੇ ਆ, ਮਹਾਂਪੁਰਖ ਬੈਠੇ, ਇਹਨਾਂ ਨੂੰ ਪਤਾ ਵੀ ਸਾਰ ਕੀ ਹੁੰਦਾ। ਪੁਰਾਣੇ ਸਮੇਂ ਦੇ ਅੰਦਰ 21 ਮਣ ਲੋਹਾ ਲੈ ਕੇ ਢੇਲਾ ਉਹਦਾ ਅੱਗ 'ਚ ਦੇ ਦੇ ਕੇ ਕੁੱਟੀ ਜਾਣਾ, ਫਿਰ ਅੱਗ 'ਚ ਦੇਣਾ, ਲਾਲ ਹੋ ਗਿਆ। ਉਹਨੂੰ ਕੁੱਟਦਿਆਂ ਕੁੱਟਦਿਆਂ ਗੁੰਨਦਿਆਂ ਜਦੋਂ ਇੱਕ ਸੇਰ ਰਹਿ ਜਾਵੇ, ਉਹਨੂੰ ਕਹਿੰਦੇ ਸਾਰ ਲੋਹਾ। ਗਿਆਨ ਇੰਨਾ ਕਰੜਾ ਹੈ, ਫਲਾਦੀ ਸ਼ਸਤਰ ਬਣਦੇ ਉਹਦੇ। ਮਹਾਂਪੁਰਖਾਂ ਨੇ ਉਸ ਗਿਆਨ ਨੂੰ ਪ੍ਰਾਪਤ ਕੀਤਾ। ਤੂੰ ਸਦਾ ਸਲਾਮਤ ਨਿਰੰਕਾਰ ਦੀ ਧੁਨ ਨੂੰ ਪ੍ਰੈਕਟੀਕਲ ਜੀਵਨ ਦੇ ਵਿੱਚ ਲੈ ਆਉਂਦਾ। ਤਤਪਦ ਈਸ ਜੀਵ ਤੁਐ ਪਦ ਅਸਪਦ ਬ੍ਰਹਮ ਕਹਾਵੈ, ਮਾਇਆ ਕੇ ਜੇ ਤੇ ਭੇਦ ਤੀਨ ਹੈ ਏਕ ਹੈ ਵੇਦ ਬਤਾਵੈ। ਉਹਨਾਂ ਨੇ ਜਾਣਿਆ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ। ਉਹਨਾਂ ਨੇ ਇਹ ਸਾਧਨ ਕੀਤੇ। ਸਰਵਣ ਸਾਧਨ ਦੇ ਨਾਲ ਪ੍ਰਮਾਣਗਤ ਸੰਸਾ ਖਤਮ ਕੀਤਾ, ਮੰਨਣ ਸਾਧਨ ਦੇ ਨਾਲ ਪ੍ਰਮੇਯਗਤ ਸੰਸਾ ਨਾਸ਼ ਕੀਤਾ, ਤੇ ਫਿਰ ਜਿਸ ਵੇਲੇ ਨਿਧਿਆਸਨ ਹੈ ਸਾਧਨ ਇਹ ਪ੍ਰਾਪਤ ਹੋਇਆ, ਇਹਦੇ ਨਾਲ ਵਿਪਰਜੈ ਸੰਸਾ ਖਤਮ। ਇਹ 3 ਸੰਸੇ ਨੇ ਜਿਹੜੇ ਸਾਨੂੰ ਜੰਮਣ ਮਰਨ 'ਚ ਪਾਈ ਰੱਖਦੇ, ਇਹ ਖਤਮ ਕਰ ਦਿੱਤੇ। ਜੀਵ ਈਸ਼ ਦਾ ਜਿਹੜਾ ਗਿਆਨ ਸੀ ਉਹਨੂੰ ਪ੍ਰਾਪਤ ਕੀਤਾ। ਤੂੰ ਸਦਾ ਸਲਾਮਤ ਨਿਰੰਕਾਰ। ਪੂਰਨ ਦੇਖਿਓ ਆਤਮਾ ਦੁਐਤੈ ਸਰਵਨਵਾਰ, ਭਏ ਸ਼ਾਂਤ ਮਨ ਸੰਤ ਜੇ ਤੇ ਪਦ ਨਮੋ ਹਮਾਰ। ਉਹ ਸਰੀਰ ਨਹੀਂ ਸਨ, ਸਰੀਰ ਉਹਨਾਂ ਦਾ ਸੀ। ਸਰੀਰ 5 ਤੱਤ ਤੇ 25 ਪ੍ਰਕਿਰਤੀਆਂ ਦਾ ਬਣਿਆ ਹੋਇਆ। ਦਾਸਾ ਭੱਟ ਹੋਇਆ ਇੱਕ, ਕਰਤਾਰਪੁਰ ਸਾਹਿਬ ਦਾ ਬਚਨ ਹੈ। ਗੁਰੂ ਨਾਨਕ ਮਹਾਰਾਜ ਦੇ ਕੋਲ ਉਹ ਭੱਟ ਕਾਫੀ ਦੇਰ ਜਦੋਂ ਕਰਤਾਰਪੁਰ ਹਜ਼ੂਰ ਠਹਿਰੇ ਗੁਰੂ ਨਾਨਕ ਸਾਹਿਬ, ਇਹ ਦਾਸਾ ਭੱਟ ਬੜੀ ਸੰਗਤ ਕਰਦਾ ਰਿਹਾ। ਗੁਰੂ ਬਾਬਾ ਜੀ ਨੂੰ ਬੜੇ ਪ੍ਰਸ਼ਨ ਕੀਤੇ ਇਸ ਨੇ, ਜਿਵੇਂ ਜਗਿਆਸਾ ਤੌਰ ਤੇ ਕੀਤੇ, ਕੋਈ ਬਹਿਸ ਨਹੀਂ ਸੀ ਕਰਦਾ। ਇੱਕ ਦਿਨ ਹਜ਼ੂਰ ਬੈਠੇ ਆਪਣੀ ਮੌਜ ਵਿੱਚ, ਬਣ ਵਿੱਚ ਬੈਠੇ ਸੀ। ਬੈਠੇ ਬੈਠੇ ਗੁਰੂ ਨਾਨਕ ਸਾਹਿਬ ਜੀ ਹੱਸ ਪਏ। ਦਾਸਾ ਭੱਟ ਕੋਲ ਬੈਠੇ, ਕਹਿੰਦੇ ਗਰੀਬ ਨਵਾਜ਼, ਹੱਸਣ ਦਾ ਕੋਈ ਕਾਰਨ ਨਹੀਂ ਦਿਸ ਰਿਹਾ। ਕਹਿੰਦੇ ਹਾਂ ਦਿਸ ਤਾਂ ਨਹੀਂ ਰਿਹਾ ਪਰ ਸੁਣ ਰਿਹਾ। ਮਹਾਰਾਜ ਮੈਂ ਸਮਝਿਆ ਨਹੀਂ। ਕਹਿੰਦੇ ਆ ਚਿੜੀ ਬੋਲਦੀ ਹੈ ਇੱਕ। ਕਹਿੰਦਾ ਜੀ ਹਾਂ ਬੋਲਦੀ ਹੈ। ਕਹਿੰਦੇ ਕੀ ਕਹਿੰਦੀ ਹੈ ਚਿੜੀ? ਕਹਿੰਦਾ ਮਹਾਰਾਜ ਮੇਰੀ ਸਮਰੱਥਾ ਨਹੀਂ, ਮੈਨੂੰ ਤਾਂ ਕਈ ਵਾਰੀ ਬੰਦਿਆਂ ਦੀ ਸਮਝ ਨਹੀਂ ਆਉਂਦੀ ਕੀ ਬੋਲਦਾ, ਤੇ ਚਿੜੀਆਂ ਦੀ ਤਾਂ ਸਮਝ ਮੈਨੂੰ ਕੀ ਆਉਣੀ ਹੈ। ਇਹ ਤਾਂ ਮਹਾਰਾਜ ਤੁਸੀਂ ਸਮਝ ਸਕਦੇ ਹੋ ਚਿੜੀਆਂ ਦੀ ਆਵਾਜ਼ ਜਿਹੜੀ। ਅਸਲ ਗੱਲ ਕੀ ਸੀ, ਗੁਰੂ ਬਾਬਾ ਜੀ ਚਿੜੀ ਦੇ ਬਹਾਨੇ ਉਹਨੂੰ ਕੁਝ ਦੱਸਣਾ ਚਾਹੁੰਦੇ ਸੀ। ਕਹਿੰਦੇ ਭਾਈ ਮੈਨੂੰ ਇਹ ਸਮਝ ਆ ਰਹੀ ਹੈ ਵੀ ਚਿੜੀ ਕਹਿ ਰਹੀ ਹੈ ਵੀ ਦਾਸਾ ਭੱਟ ਤੇਰੀ ਮਾਂ ਮਰ ਗਈ, ਤੇਰੀ ਮਾਂ ਚੜਾਈ ਕਰ ਗਈ। ਬੈਠਾ ਹੀ ਰੋਣ ਲੱਗ ਪਿਆ। ਮਹਾਰਾਜ ਮਾਂ ਚੜਾਈ ਕਰ ਗਈ ਮੇਰੀ, ਮੈਨੂੰ ਬੜਾ ਪਿਆਰ ਕਰਦੀ ਸੀ, ਬੜਾ ਲਾਡ ਕਰਦੀ ਸੀ, ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ, ਤੇ ਮਹਾਰਾਜ ਮੇਰੀ ਮਾਂ ਚਲੀ ਗਈ। ਕਲਪਨਾ 'ਚ ਹੋ ਗਿਆ। ਮਹਾਰਾਜ ਸਾਹਿਬ ਜੀ ਨੇ ਗੌੜੀ ਰਾਗ ਦੇ ਵਿੱਚ ਸ਼ਬਦ ਵੀ ਉਚਾਰਨ ਕੀਤਾ ਤੇ ਉਹਨੂੰ ਸਿੱਖਿਆ ਵੀ ਦਿੱਤੀ। ਉਹ ਲੰਮੀਆਂ ਗੱਲਾਂ ਨੂੰ ਮੈਂ ਸੰਕੋਚਾਂ ਆਪਣੇ ਵਿਚਾਰਾਂ ਨੂੰ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਕੋਈ ਕਿਸੇ ਦੀ ਮਾਂ ਨਹੀਂ, ਕੋਈ ਕਿਸੇ ਦਾ ਬਾਪ ਨਹੀਂ, ਕੋਈ ਕਿਸੇ ਦਾ ਭਰਾ ਨਹੀਂ, ਕੋਈ ਕਿਸੇ ਦਾ ਪੁੱਤ ਨਹੀਂ। ਤੂੰ ਆਤਮਿਕ ਸਰੂਪ ਹੈ, ਤੂੰ ਆਤਮ ਸ਼ਹਿਜ਼ਾਦਾ ਹੈ, ਤੂੰ ਰੱਬ ਦਾ ਪੁੱਤਰ ਹੈ। ਇਸ ਮਾਂ ਦਾ ਨਹੀਂ। ਇਹ ਤਾਂ ਤੱਤਾਂ ਦੀ ਬਣੀ ਹੋਈ ਦੇ ਅਸੀਂ, ਪਰ ਉਹ ਮੋਹ ਦੇ ਵਿੱਚ ਆ ਗਿਆ। ਹੇਤ ਕੇ ਬੰਧਨ ਤੋੜ ਨਾ ਸਕੈ, ਤਾਂ ਜਮ ਕਰੈ ਖੁਆਰੀ ਜੀਓ। ਮਹਾਰਾਜ ਸਮਝਾਓ। ਕਹਿੰਦਾ ਮਹਾਰਾਜ ਬਈ ਪਤਾ ਨਹੀਂ ਕੀ ਗੱਲ ਹੈ, ਮੇਰਾ ਮਨ ਵਿਚਲਿਤ ਹੋ ਗਿਆ। ਕਹਿੰਦੇ ਕਿਸੇ ਢੰਗ ਨਾਲ ਤਾਂ ਸਮਝਾ। ਕਹਿੰਦੇ ਜੀ ਇੱਕ ਗੱਲ ਨਾਲ ਸਮਝ ਸਕਦਾ। ਕਹਿੰਦੇ ਦੱਸ। ਉਹੀ ਗੱਲ ਕੀਤੀ ਜਿਹੜੀ ਅਰਜਨ ਨੇ ਦੁਆਪਰ 'ਚ ਕੀਤੀ ਸੀ, ਦਾਸੇ ਭੱਟ ਨੇ ਵੀ ਉਹੀ ਕੀਤੀ। ਅਰਜਨ ਨੇ ਇਹ ਗੱਲ ਕੀਤੀ ਸੀ, ਗੀਤਾ ਦਾ ਗਿਆਨ ਬਥੇਰਾ ਸੰਸਕ੍ਰਿਤ ਦੇ ਸ਼ਲੋਕ ਉਚਾਰਨ ਕਰ ਕਰਕੇ
ਨੈਣਾ ਸ਼ੈਦਾਂਤੀ ਸ਼ਾਸਤਰਾਂ ਨੇ ਨੈਣਾ ਦਹਾਂਤੀ ਪਾਵਕਾ ਬਥੇਰਾ ਕਿਹਾ ਕਿ ਆਤਮਾ ਨੂੰ ਅੱਗ ਨਹੀਂ ਸਾੜ ਸਕਦੀ, ਸ਼ਸਤਰ ਕੱਟ ਨਹੀਂ ਸਕਦਾ, ਤੂੰ ਤਾਂ ਆਤਮਾ ਹੈ। ਪਰ ਨਹੀਂ, ਅਖੀਰ ਦੇ ਵਿੱਚ ਅਰਜਨ ਨੇ ਇੱਕ ਸ਼ਰਤ ਰੱਖੀ ਸੀ, ਭਗਵਾਨ ਕ੍ਰਿਸ਼ਨ ਜੀ, ਮੈਂ ਮੁੜ ਕੇ ਸ਼ਸਤਰ ਚੁੱਕ ਲਵਾਂ ਪਰ ਇੱਕ ਵਾਰੀ ਜਿਉਂਦਾ ਜਾਗਦਾ ਮੇਰਾ ਅਭਿਮਨੂ ਮਿਲਾ ਦਿਓ। ਮਹਾਰਾਜ ਕਹਿੰਦੇ ਚਲੋ ਕੋਈ ਬਾਤ ਨਹੀਂ। ਭਗਵਾਨ ਕ੍ਰਿਸ਼ਨ ਜੀ ਨੇ ਲੀਲਾ ਰਚ ਦਿੱਤੀ। ਅਭਿਮਨੂਆਂ ਦੀ ਕਤਾਰ ਤੁਰੀ ਜਾ ਰਹੀ ਹੈ, ਇੱਕ ਦੇ ਪਿੱਛੇ ਇੱਕ, ਇੱਕ ਦੇ ਪਿੱਛੇ ਦੂਆ ਤੀਸਰਾ। ਦੇਖਿਆ ਹੱਦ ਹੋ ਗਈ, ਮੇਰਾ ਇੱਕ ਅਭਿਮਨੂ ਸੀ ਤੇ ਹਜ਼ਾਰਾਂ ਅਭਿਮਨੂ ਤੁਰੇ ਜਾ ਰਹੇ। ਉਹਨੇ ਇੱਕ ਦੀ ਬਾਂਹ ਫੜ ਕੇ ਕਹਿਣ ਲੱਗਾ, ਪੁੱਤਰ ਮੈਂ ਸ਼ਸਤਰ ਸਿੱਟਤੇ ਤੇਰੇ ਪ੍ਰਾਣ ਤਿਆਗਣ ਤੋਂ, ਤੂੰ ਮੇਰੇ ਵੱਲ ਝਾਕਦਾ ਵੀ ਨਹੀਂ। ਬਾਂਹ ਛਡਾ ਕੇ ਕਹਿਣ ਲੱਗਾ, ਪਰੇ ਹੋ ਕੇ ਗੱਲ ਕਰ, ਕਿਹਦੀ ਗੱਲ ਕਰਦਾ ਤੂੰ? ਅਭਿਮਨੂ ਨਹੀਂ? ਕਹਿੰਦਾ ਅਭਿਮਨੂ ਆ। ਇੰਨਾ ਨਿਰਮੋਰਾ ਹੋ ਗਿਆ ਅਭਿਮਨੂ, ਮੈਂ ਸੋਚ ਵੀ ਨਹੀਂ ਸੀ ਸਕਦਾ ਇੰਨੀ ਬੇਰੁਖੀ ਆਪਣੇ ਬਾਪ ਨਾਲ ਕਰੇਗਾ ਤੂੰ। ਕਹਿੰਦਾ ਨਹੀਂ ਨਹੀਂ, ਇਹਨੂੰ ਪੁੱਛ ਭਗਵਾਨ ਨੂੰ, ਮੈਂ ਤੈਨੂੰ ਪਿਤਾ ਕਹਾਂ ਕਿ ਤੈਨੂੰ ਪੁੱਤਰ ਕਹਾਂ? ਹੈਰਾਨ ਹੋ ਗਿਆ, ਕਹਿੰਦੇ ਇਹ ਕੀ ਗੱਲ? ਕਹਿੰਦਾ ਇਹਨੂੰ ਭਗਵਾਨ ਨੂੰ ਪੁੱਛ, ਕਈ ਜਨਮ ਐਸੇ ਨੇ ਕਿ ਤੂੰ ਮੇਰਾ ਪੁੱਤ ਬਣਦਾ ਰਿਹਾ ਤੇ ਕਈ ਜਨਮ ਐਸੇ ਨੇ ਤੇ ਮੈਂ ਤੇਰਾ ਪੁੱਤ ਬਣਦਾ ਰਿਹਾ। ਇਹ ਤਾਂ ਕਹਾਣੀ ਚੱਲਦੀ ਆ, ਇਹ ਕਿਹਦੀ ਗੱਲ ਕਰ ਰਿਹਾ? ਉਸੇ ਵੇਲੇ ਗਿਆਨ ਹੋ ਗਿਆ ਸੀ। ਦਾਸਾ ਭੱਟ ਕਹਿਣ ਲੱਗਿਆ, ਗਰੀਬ ਨਵਾਜ਼, ਮੇਰੀ ਇੱਕੋ ਹੀ ਸ਼ਰਤ ਹੈ, ਕਿਰਪਾ ਕਰਕੇ ਮੇਰੀ ਮਾਂ ਨੂੰ ਮਿਲਾ ਦਿਓ, ਮਾਂ ਦੇ ਦਰਸ਼ਨ ਕਰਾ ਦਿਓ। ਮਹਾਰਾਜ ਕਹਿੰਦੇ ਕੋਈ ਬਾਤ ਨਹੀਂ, ਕਿੱਡੀ ਕੁ ਵੱਡੀ ਗੱਲ ਹੈ। ਕਹਿੰਦੇ ਨਿਰੰਕਾਰ ਨੂੰ ਚੇਤੇ ਕਰ ਤੇ ਮੈਂ ਨਿਰੰਕਾਰ ਨੂੰ ਬੇਨਤੀ ਕਰਦਾ ਵੀ ਤੇਰੀ ਮਾਂ ਨੂੰ ਇੱਥੇ ਹੀ ਦਰਸ਼ਨ ਕਰਾ ਦੇ ਨੇ। ਉਹਦੀ ਮਾਂ ਪ੍ਰਤੱਖ ਪ੍ਰਗਟ ਹੋ ਗਈ, ਨੱਠ ਕੇ ਜਾ ਕੇ ਮਾਂ ਨੂੰ ਜੱਫੀ ਭਰਨ ਲੱਗਿਆ ਤੇ ਕੱਖ ਵੀ ਹੱਥ ਵਿੱਚ ਨਾ ਆਇਆ। ਮਾਂ ਦੇ ਚਰਨ ਛੂਏ, ਹੱਥ ਵੀ ਚਰਨਾ। ਪਰੇਸ਼ਾਨ ਹੋ ਗਿਆ, ਕਹਿਣ ਲੱਗਾ, ਮਹਾਰਾਜ ਜੀ ਇਹ ਮਾਂ ਹੀ ਹੈ ਮੇਰੀ, ਕੀ ਗੱਲ ਮੇਰੀ ਜੱਫੀ 'ਚ ਨਹੀਂ ਆਉਂਦੀ? ਕਹਿੰਦੇ ਮਾਂ ਨੂੰ ਪੁੱਛ ਆਪਣੀ ਨੂੰ, ਮੈਨੂੰ ਕਾਹਨੂੰ ਪੁੱਛਦਾ, ਇਹੀ ਦੱਸ ਦੂ ਤੈਨੂੰ। ਕਹਿੰਦਾ ਮਾਂ ਤੂੰ ਮੇਰੇ ਹੱਥਾਂ 'ਚ ਨਹੀਂ ਆਉਂਦੀ? ਕਹਿੰਦੀ ਪੁੱਤਰ ਜਿਹੜੀ ਮਾਂ ਦਾ ਸਰੀਰ ਹੱਥਾਂ 'ਚ ਆਉਣ ਵਾਲਾ ਸੀ ਉਹ ਤਾਂ ਚਿਖਾ 'ਚ ਸੜ ਗਿਆ। ਇਹ ਰੂਹ ਹੈ, ਇਹ ਜੰਮਣ ਮਰਨ ਤੋਂ ਰਹਿਤ ਹੈ, ਇਹਨਾਂ ਦੀ ਆਗਿਆ ਦੇ ਵਿੱਚ ਸਾਰਾ ਸੰਸਾਰ ਹੈ ਤੇ ਮੈਨੂੰ ਹੁਕਮ ਹੋ ਗਿਆ, ਨਹੀਂ ਤਾਂ ਕਦੋਂ ਰੂਹਾਂ ਮਿਲਦੀਆਂ ਨੇ ਵਿਛੜਿਆਂ ਹੋਇਆਂ ਨੂੰ। ਮੈਂ ਤੇਰੇ ਸਾਹਮਣੇ ਆ ਗਈ, ਤੈਨੂੰ ਇੱਕੋ ਗੱਲ ਦੱਸਦੀ ਹਾਂ ਪੁੱਤਰ, ਤੂੰ ਵੀ ਸਰੀਰ ਨਹੀਂ ਹੈ, ਆਤਮਾ ਹੈ। ਜੋ ਇਹ ਗਿਆਨ ਦੇ ਰਹੇ ਨੇ ਸਮਝ ਲੈ। ਅਭਿਮਨੂ ਨੂੰ ਗਿਆਨ ਹੋਇਆ, ਦਾਸੇ ਭੱਟ ਨੂੰ ਗਿਆਨ ਹੋਇਆ। ਮਹਾਂਪੁਰਸ਼ਾਂ ਨੇ ਆਪਣੇ ਸਰੀਰ ਦੇ ਹੁੰਦਿਆਂ ਹੋਇਆਂ ਆਪਣੀ ਪ੍ਰਤੱਖ ਜੋਤ, ਪ੍ਰਤੱਖ ਜੋਤ ਕਿਹਨੂੰ ਕਹਿੰਦੇ? ਨਿਰੰਕਾਰ ਦੀ ਜੋਤ ਦਾ ਹੀ ਨਾਂ ਹੈ, ਜਿਹੜੀ ਸਾਰਿਆਂ ਦੇ ਪ੍ਰਤੀ ਵੱਖਰੀ ਵੱਖਰੀ ਸਰੀਰਾਂ ਦੇ ਅੰਦਰ ਭਾਸ ਰਹੀ ਹੈ, ਇੱਕੋ ਹੀ ਨਿਰੰਕਾਰ ਦੀ, ਉਹਨੂੰ ਪ੍ਰਤੱਖ ਜੋਤ ਕਹਿੰਦੇ ਨੇ। ਉਹ ਅਦਵੈ ਆਨੰਦ ਸਰੂਪ ਦੇ ਵਿੱਚ ਜਿਉਂਦਿਆਂ ਜਿਉਂਦਿਆਂ ਸਰੀਰ ਦੇ ਹੁੰਦਿਆਂ ਜਿਹੜੇ ਲੀਨ ਹੋ ਗਏ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਜੋਤ ਸਰੂਪ ਹੋਏ ਮਹਾਂਪੁਰਸ਼ਾਂ ਨੂੰ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਸ਼ਾਂ ਨੂੰ, ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਂਪੁਰਸ਼ਾਂ ਨੂੰ, ਸੰਤ ਬਾਬਾ ਤੇਜਾ ਸਿੰਘ ਜੀ ਮਹਾਂਪੁਰਸ਼ਾਂ ਨੂੰ ਬਿਮਾਰੀ ਫੈਲਣ ਤੋਂ ਰੁਕ ਜਾਏ। ਤੇ ਬਾਕੀ ਜਿਹੜੀ ਕਾਮ ਕ੍ਰੋਧ ਦੀ ਬਿਮਾਰੀ ਲੱਗੀ ਹੋਈ ਆ, ਉਹ ਨਹੀਂ ਨਾਮ ਤੋਂ ਬਿਨਾਂ, ਉਹਦੀ ਤਾਂ ਦਵਾਈ ਹੋਈ ਨਾ। ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।